दुख निकंदन। गुरु अमरदास हृदय नित ध्याऊं, गुर हृदय नित ध्यामो। श्री गुरु रामदास गुण गावो। गुरु अर्जुन विघ्नन के नाशक, विघ्नन के नाशक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाओ बहोरी। गुर तेग बहादुर परम कृपाला, सतगुर परम कृपाला। श्री गुरु गोबिंद सिंह विसाला, तरो तरा तर पुन पुन सीसा। वाहिगुरु पुन पुन सीसा। बंदो बार बार जगदीशा, एक अंकारा सतगुरु तेह प्रसाद सच होए। वाहिगुरु जी की फतेह, विघ्न विनाशन सोए। श्री नानक परशोत्तमम परम परावर नाथ, युगल चरण मम बंदना। तर पर तर कर माथ, कहाँ बुद्ध प्रभ तुच्छ हमारी। बरन सकै महिमा जो तिहारी, हम ना सकत कर सिफत तुम्हारी। आप लिहो तुम कथा सुधारी, हम ना सकत कर सिफत तुम्हारी। आप लिहो तुम कथा सुधारी। गुर कर कह कर गमने धाम, तब कह बुढ़ा प्रगट्यो नाम। वाहिगुरु जी का खालसा, वाहिगुरु जी की फतेह। सच्चे पातशाह धन धन श्री गुरु ग्रंथ साहब महाराज जी ਨੂੰ नतमस्तक हो रही गुरु का खास रूप गुरु सवारी गुरु खालसा साध संगत जी। आप जी ਦੇ ਅਤਿਅੰਤ ਵਡਭਾਗੇ ਨੇ ਜੋ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਸੋਦਰ ਰਹਿਰਾਸ ਸਾਹਿਬ ਜੀ ਦੀ ਚੌਂਕੀ ਤੋਂ ਉਪਰੰਤ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਉਪਰੰਤ ਗੁਰਦਰਬਾਰ ਦੀ ਮਰਿਆਦਾ ਦੇ ਅਨੁਸਾਰ ਲੜੀਵਾਰ श्री गुरु प्रताप सूरज ग्रंथ जी की कथा इतिहास की कथा सारी गुरमुख प्यारियां संगतां सरवण करन दे लई एकत्रित होंदियां ने। पातशाह दा बचन है, गुण गावत मन हरिया होवै, कथा सुनत मल सगली खोवै। प्रभु की कीर्ति करन दे नाल मन हरिया हो जांदा है। ਜਿਹੜਾ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਸੰਸਾਰ ਦੀ ਖੱਪ ਤੋਂ ਥਕਾਵਟ ਤੋਂ ਮਨ ਥੱਕ ਜਾਂਦਾ ਹੈ, ਉਹ ਪ੍ਰਭੂ ਦੀ ਸੰਗਤ ਦੇ ਅੰਦਰ ਆ ਕੇ ਫੇਰ ਇੱਕ ਵਾਰੀ ਉਜਾਗਰ ਹੋ ਜਾਂਦਾ ਹੈ, ਪ੍ਰਕਾਸ਼ਮਈ ਹੋ ਜਾਂਦਾ ਹੈ, ਮਨ ਚੜ੍ਹਦੀ ਕਲਾ 'ਚ ਹੋ ਜਾਂਦਾ ਹੈ। ਆਪ ਜੀ ਨੇ ਪਿਛਲੇ ਪ੍ਰਕਰਨਾਂ ਦੇ ਅੰਦਰ ਸਰਵਣ ਕੀਤਾ ਸੀ ਕਿ ਬਾਬਾ ਬੁੱਢਾ ਜੀ ਦਾ ਨਾਮ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਪਿਆ ਸੀ। ਅੱਜ ਉਹਨਾਂ ਦੀ ਹੀ ਕਥਾ ਅੱਗੇ ਚੱਲੇਗੀ। ਉਸ ਤੋਂ ਪਹਿਲਾਂ ਅੱਜ ਵਾਲੇ ਦਿਨ ਦੀ ਵਿਚਾਰ ਆਓ ਸੰਗਤ ਪ੍ਰੇਮ ਨਾਲ ਸਰਵਣ ਕਰੀਏ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਲਾਧੋਰੇ ਦਾ ਇਤਿਹਾਸ ਕੁਝ ਕੁ ਸਮੇਂ ਲਈ ਵਿਚਾਰ ਕੇ ਫਿਰ ਉਪਰੰਤ ਲੜੀਵਾਰ ਕਥਾ ਸਰਵਣ ਕਰੀਏ। ਪ੍ਰੇਮ ਦੇ ਨਾਲ ਸਾਰੀ ਸੰਗਤ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। सच्चे पातशाह श्री गुरु तेग बहादुर साहब महाराज जी का
ਅੱਜ ਪਾਵਨ ਪਵਿੱਤਰ ਗੁਰੂ ਲਾਧੋਰੇ ਦਾ ਇਤਿਹਾਸ ਦਾ ਦਿਹਾੜੇ ਵਾਲਾ ਪਾਵਨ ਪਵਿੱਤਰ ਦਿਵਸ ਹੈ। ਲਬਾਣੇ ਕੌਮ ਦੇ ਮਹਾਨ ਸਿੱਖ ਮੱਖਣ ਸ਼ਾਹ ਲਬਾਣੇ ਨੇ ਅੱਜ ਵਾਲੇ ਪਾਵਨ ਦਿਨ ਕੋਠੇ ਦੇ ਉੱਤੇ ਚੜ੍ਹ ਕੇ ਬਾਬੇ ਬਕਾਲੇ ਆਪਣਾ ਗਲ ਦਾ ਹਜ਼ੂਰੀਏ ਦਾ ਇੱਕ ਲੜ ਫੜ ਕੇ ਛੱਤ ਤੇ ਕੱਚੇ ਚਬਾਰੇ ਤੇ ਚੜ੍ਹ ਕੇ ਸਾਰੀ ਬਕਾਲੇ ਦੀ ਸੰਗਤ ਨੂੰ ਲਹਿਰਾ ਕੇ ਫਰਲਾ ਕਿਹਾ ਸੀਗਾ, ਗੁਰੂ ਲਾਧੋਰੇ, ਗੁਰੂ ਲਾਧੋਰੇ। ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਹ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਬਾਲਾ ਸਾਹਿਬ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸੀ ਗੁਰੂ ਹਰਕ੍ਰਿਸ਼ਨ ਸਾਹਿਬ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਜੋਤੀ ਜੋਤ ਸਮਾਏ, ਉਹ ਜੋਤੀ ਜੋਤ ਸਮਾਣ ਵੇਲੇ ਇੱਕ ਬਚਨ ਕਰਕੇ ਗਏ, ਬਾਬਾ ਬਾਸਹਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਦਾ ਸੰਭਾਲੇ। ਕਿ ਸਾਡੇ ਦਾਦਾ ਜੀ ਗੁਰਤਾ ਗੱਦੀ ਤੇ ਬੈਠਣਗੇ, ਜੋ ਬਕਾਲੇ ਨਗਰ ਦੇ ਅੰਦਰ ਰਹਿੰਦੇ ਨੇ, ਤੇ ਜਦੋਂ ਗੁਰਤਾ ਗੱਦੀ ਤੇ ਬੈਠਣਗੇ ਸਾਰੀ ਸੰਗਤ ਨੂੰ ਮਿਲ ਕੇ ਸੰਭਾਲਣਗੇ। ਇਹ ਗੱਲ ਜਦੋਂ ਮਹਾਰਾਜ ਨੇ ਰਮਜ ਚ ਕਹੀ, ਬਾਬਾ ਬਾਸਹਿ ਗ੍ਰਾਮ ਬਕਾਲੇ, ਜਿਨਨੇ ਸੋਢੀ ਕੁਲ ਦੇ, ਕਿਉਂਕਿ ਗੁਰਤਾ ਗੱਦੀ ਸੋਢੀਆਂ ਦੇ ਘਰ ਰਹਿਣੀ ਸੀ, 22 ਮੰਜੀਆਂ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਲੱਗ ਗਈਆਂ। 22 ਮੰਜੀਆਂ ਵਾਲੇ ਇਹ ਕਲੇਮ ਕਰਨ ਲੱਗ ਪਏ ਵੀ ਗੁਰੂ ਅਸੀਂ ਆ, ਜਿਨ੍ਹਾਂ ਤੋਂ ਸਭ ਤੋਂ ਵੱਡੀ ਗੱਦੀ ਲਗਾਈ ਬਾਬੇ ਧੀਰਮਲ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਸੀ। ਮਹਾਰਾਜ ਭੋਰੇ ਦੇ ਅੰਦਰ ਤਪ ਕਰਦੇ ਰਹੇ, ਜਿੱਥੇ ਅੱਜ ਸਥਾਨ ਬਣਿਆ ਬਾਬਾ ਬਕਾਲਾ, ਥੱਲੇ ਭੋਰਾ ਜਿੱਥੇ ਮਹਾਰਾਜ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਹੈ। ਮਾਤਾ ਨਾਨਕੀ ਜੀ ਨੇ, ਗੁਰਦੇਵ ਦੇ ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ, ਹੋਰ ਸਿੱਖਾਂ ਨੇ ਕਿਹਾ, ਮਹਾਰਾਜ ਤੁਸੀਂ ਪ੍ਰਗਟ ਕਿਉਂ ਨਹੀਂ ਹੁੰਦੇ? ਗੁਰਤਾ ਗੱਦੀ ਦਾ ਇਸ਼ਾਰਾ ਤੁਹਾਡੇ ਵੱਲ ਹੈ। 22 ਝੂਠੀਆਂ ਮੰਜੀਆਂ ਬਾਹਰ ਲੱਗੀਆਂ ਨੇ, ਪਰ ਤੁਸੀਂ ਗੁਰਤਾ ਗੱਦੀ ਤੇ ਕਿਉਂ ਨਹੀਂ ਵਿਰਾਜਮਾਨ ਹੁੰਦੇ? ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਕਿਉਂਕਿ 10ਵੇਂ ਪਾਤਸ਼ਾਹ ਦੀ ਬਾਣੀ ਦੇ ਅੰਦਰ ਇੱਕ ਬੜੀ ਪਿਆਰੀ ਪੰਕਤੀ ਲਿਖੀ ਹੈ 9ਵੇਂ ਪਾਤਸ਼ਾਹ ਬਾਰੇ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜਾ ਨਾਟਕ ਚੇਟਕ ਕਰਦੇ ਨੇ, ਧੀਰਮਲ ਜਿਹੜੀ 22 ਗੱਦੀਆਂ ਲੱਗੀਆਂ ਸੀ, ਉਹ ਸੰਗਤ ਨੂੰ ਧੱਕੇ ਨਾਲ ਅੰਦਰ ਬੁਲਾਉਂਦੇ ਸੀ, ਬਈ ਆਹ ਗੁਰੂ ਨੇ ਇਹਨਾਂ ਨੂੰ ਮੱਥਾ ਟੇਕੋ, ਮਾਇਆ ਮੱਥਾ ਟੇਕੋ, ਲਾਲਚੀ ਸੀਗੇ। ਮਹਾਰਾਜ ਕਹਿੰਦੇ ਅਸੀਂ ਨਾਟਕ ਚੇਟਕ ਨਹੀਂ ਕਰਨਾ, ਜਦੋਂ ਪਰਮੇਸ਼ਵਰ ਪ੍ਰਗਟ ਕਰੇਗਾ ਆਪੇ ਹੀ ਗੁਰਤਾ ਗੱਦੀ ਤੇ ਬੈਠ ਜਾਵਾਂਗੇ। ਮਹਾਰਾਜ ਨੇ ਸੰਗਤ ਨੂੰ ਵੀ ਡੱਕਿਆ, ਪ੍ਰਗਟ ਨਹੀਂ ਹੋਣਗੇ। ਬਹੁਤ ਸਮਾਂ ਬਤੀਤ ਹੋਇਆ, ਤਕਰੀਬਨ 2-2.5 ਮਹੀਨੇ 8ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਸਮੁੰਦਰ ਦੇ ਅੰਦਰ ਫਸ ਗਿਆ। ਤੇ ਜਦੋਂ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਫਸਿਆ, ਉਸਨੇ ਸਮੁੰਦਰ ਵਿੱਚ ਬੈਠੇ ਅਰਦਾਸ ਕੀਤੀ ਗੁਰੂ ਨਾਨਕ ਦੀ 9ਵੀਂ ਜੋਤ ਨੂੰ, ਕਿਉਂਕਿ 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਸੀ। ਇਹ ਖਬਰ ਤਾਂ ਫੈਲ ਗਈ ਸੀ, ਪਰ ਗੁਰਤਾ ਗੱਦੀ ਤੇ ਕੌਣ ਬੈਠੇ ਨੇ ਇਹ ਕਿਸੇ ਨੂੰ ਨਹੀਂ ਪਤਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚੋਂ ਅਰਦਾਸ ਪਹੁੰਚੀ। ਮੱਖਣ ਸ਼ਾਹ ਲਬਾਣੇ ਨੇ ਕਿਹਾ, ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ, ਮੈਂ ਤੁਹਾਡਾ ਸਿੱਖ ਹਾਂ ਤੇ ਮੈਨੂੰ ਸਿਦਕ ਹੈ, ਮੇਰਾ ਫਸਿਆ ਜਹਾਜ਼ ਸਮੁੰਦਰ ਦੇ ਅੰਦਰ ਤੁਸੀਂ ਕੱਢੋ ਤੇ ਮੈਂ ਤੁਹਾਨੂੰ 500 ਮੋਹਰਾਂ ਭੇਟਾ ਕਰਾਂਗਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਬਾਬੇ ਬਕਾਲੇ ਬੈਠਿਆਂ ਬੇਨਤੀ ਪ੍ਰਵਾਨ ਕੀਤੀ ਤੇ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਫਸਿਆ ਸਮੁੰਦਰ ਦੇ ਅੰਦਰ, ਉਸ ਨੂੰ ਆਪਣਾ ਮੋਢਾ ਲਾ ਕੇ ਬਾਹਰ ਕੱਢ ਦਿੱਤਾ। ਮੱਖਣ ਸ਼ਾਹ ਲਬਾਣਾ ਸਮਾਂ ਬਤੀਤ ਹੋਇਆ, ਉਹ 500 ਮੋਹਰਾਂ ਲੈ ਕੇ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਪਹੁੰਚਿਆ। ਜਿਸ ਦਿਨ ਮੱਖਣ ਸ਼ਾਹ ਲਬਾਣਾ ਬਾਬੇ ਬਕਾਲੇ ਦੀ ਧਰਤੀ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਬਿਲਕੁਲ ਬਿਆਸ ਤੋਂ ਲਾਗੇ ਹੀ ਹੈ, ਅੰਮ੍ਰਿਤਸਰ ਸਾਹਿਬ ਤੋਂ 40 ਕਿਲੋਮੀਟਰ ਦੂਰ ਹੈ ਬਾਬਾ ਬਕਾਲਾ। ਉੱਥੇ ਅੱਜ ਵਾਲੇ ਦਿਨ ਬਹੁਤ ਭਾਰੀ ਜੋੜ ਮੇਲਾ ਹੁੰਦਾ ਹੈ। ਬਾਬੇ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲਬਾਣਾ ਭੁਚੱਕਾ ਰਹਿ ਗਿਆ ਦੇਖ ਕੇ। 22 ਗੁਰਤਾ ਗੱਦੀਆਂ ਦੀਆਂ ਮੰਜੀਆਂ ਲੱਗੀਆਂ ਸੀ ਤੇ ਮੱਖਣ ਸ਼ਾਹ ਲਬਾਣੇ ਨੇ ਸੋਚਿਆ, ਇਹ ਤੇ ਕੇਵਲ ਮੈਂ ਹੀ ਜਾਣਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੋ ਵੀ ਗੁਰਤਾ ਗੱਦੀ ਤੇ ਨੇ, ਵੀ ਉਹਨਾਂ ਨੂੰ ਮੈਂ 500 ਮੋਹਰਾਂ ਕਹੀਆਂ ਸੀ ਤੇ ਉਹ ਮੇਰੇ ਤੋਂ 500 ਮੋਹਰਾਂ ਆਪੇ ਹੀ ਮੰਗ ਲੈਣਗੇ। ਉਹ 2 ਮੋਹਰਾਂ ਕਹਿ ਕੇ ਹਰ ਇੱਕ ਸੋਢੀ ਦੀ ਗੱਦੀ ਦੇ ਕੋਲ ਜਾ ਕੇ ਮੱਥਾ ਟੇਕਦਾ ਹੈ। ਉਹ ਉਸ ਨੂੰ ਸਰੋਪਾ ਪਾ ਦਿੰਦੇ ਨੇ, ਕੁਝ ਕੁ ਦੇਰ ਬੈਠਦਾ ਤੇ ਚਲਾ ਜਾਂਦਾ। 1 2 3 4 ਵਾਰੀ ਕਰਦੇ 15-16 ਗੁਰਤਾ ਗੱਦੀਆਂ ਨੂੰ ਮੱਥਾ ਟੇਕਿਆ, ਪਰ ਜਿੱਥੇ 2 ਮੋਹਰਾਂ ਰੱਖੇ ਕੋਈ ਵੀ ਉਸ ਨੂੰ 500 ਮੋਹਰਾਂ ਮੰਗੇ ਨਾ। ਹਫਤਾ ਬਤੀਤ ਹੋ ਗਿਆ, 16 ਗੱਦੀਆਂ ਦੇ ਕੋਲ ਗਿਆ ਵਾਰੀ। ਅਗਲੇ ਦਿਨ ਪ੍ਰੋਗਰਾਮ ਬਣਾਇਆ
ਵੀ ਅੱਜ ਮੈਂ ਸਾਰੀ 22 ਗੱਦੀਆਂ ਦੇ ਕੋਲ ਜਾਵਾਂਗਾ। ਦਿਨ ਚੜਿਆ, ਸਾਰੀ 22 ਗੱਦੀਆਂ ਦੇ ਕੋਲ ਮੱਥਾ ਟੇਕਣ ਗਿਆ। ਅਖੀਰ 'ਚ ਧੀਰਮਲ ਕੋਲ ਗਿਆ। ਧੀਰਮਲ ਕੋਲ 22ਵੀਂ ਗੱਦੀ ਕੋਲ ਪਹੁੰਚਿਆ ਤੇ ਪਿੱਛੇ ਵੱਡਾ ਸਰਾਣਾ, ਉੱਪਰ ਚੰਦੋਆ ਸਾਹਿਬ ਲੱਗਿਆ, ਅੱਗੇ ਸ਼ਸਤਰ ਪਏ, ਬੜੀ ਸੇਵਾਦਾਰ ਅੱਗੇ ਪਿੱਛੇ ਘੁੰਮਣ, ਬੜਾ ਵੱਡਾ ਦਰਬਾਰ ਸਜਾਇਆ ਧੀਰਮਲ ਨੇ। ਤੇ ਮੱਖਣ ਸ਼ਾਹ ਲਵਾਣੇ ਨੂੰ ਕਿਹਾ, ਮੱਖਣ ਸ਼ਾਹ ਲਵਾਣਿਆ ਬਈ ਆਹ ਗੁਰਤਾ ਗੱਦੀ ਦੇ 9ਵੇਂ ਮਾਲਕ ਨੇ ਗੁਰੂ ਨਾਨਕ ਦੀ ਗੱਦੀ ਦੇ, ਇਹਨਾਂ ਦਾ ਨਾਮ ਗੁਰੂ ਧੀਰਮਲ ਹੈ। ਜਦੋਂ ਇੰਨੀ ਗੱਲ ਸੁਣੀ, ਮੱਖਣ ਸ਼ਾਹ ਲਵਾਣੇ ਨੇ 2 ਮੋਹਰਾਂ ਭੇਟਾ ਕਰਕੇ ਮੱਥਾ ਟੇਕ ਦਿੱਤਾ। ਉਹ ਉਡੀਕ ਕਰਦਾ ਰਿਹਾ ਬਈ ਗੁਰੂ ਨਾਨਕ ਦੀ ਗੱਦੀ ਅੰਤਰਯਾਮੀ ਹੈ, ਉਹ ਆਪਣੇ ਆਪ ਮੇਰੇ ਤੋਂ 500 ਮੋਹਰਾਂ ਮੰਗਣਗੇ, ਪਰ 500 ਮੋਹਰਾਂ ਨਹੀਂ ਮੰਗੀਆਂ ਗਈਆਂ। ਧੀਰਮਲ ਨੇ ਸਰੋਪਾ ਪਾ ਕੇ, ਮੱਖਣ ਸ਼ਾਹ ਲਵਾਣੇ ਨੇ ਵੀ ਆਪਣੀ ਭੇਟਾਵਾਂ ਦੇ ਕੇ ਉਹ ਵਾਪਸ ਚਲਾ ਗਿਆ। ਤੇ ਅੱਜ ਮੱਖਣ ਸ਼ਾਹ ਲਵਾਣਾ ਜਦੋਂ ਘਰ ਪਹੁੰਚਿਆ ਤੇ ਬਹੁਤ ਉਦਾਸ ਹੈ, ਕਿਉਂਕਿ 500 ਘੁੜਸਵਾਰਾਂ ਦੇ ਨਾਲ ਆਪਣੀ ਸੰਗਤ ਲੈ ਕੇ ਆਇਆ ਹੈ, ਯੋਧਾ ਸੀ। ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਇੱਕ ਸਿੱਧਕੀ ਸਿੱਖ ਹਾਂ, ਮੇਰੀ ਬਹੁਤ ਭਾਵਨਾ ਹੈ ਤੁਹਾਡੇ ਤੇ, ਜੇ ਤੁਸੀਂ ਮੈਨੂੰ ਕੱਲ ਅੰਮ੍ਰਿਤ ਵੇਲੇ ਦਰਸ਼ਨ ਨਾ ਦਿੱਤੇ ਤੇ ਮੱਖਣ ਸ਼ਾਹ ਲਵਾਣਾ ਆਪਣਾ ਪ੍ਰਾਣ ਤਿਆਗ ਦੇਵੇਗਾ। ਮਨ 'ਚ ਬੇਬਲਤਾ ਉੱਠ ਗਈ। ਕਈ ਵਾਰੀ ਸਿੱਖਾਂ ਦੇ ਮਨ ਦੇ ਅੰਦਰ ਇਹ ਬੇਬਲਤਾ ਉੱਠਦੀ ਹੈ, ਅੱਜ ਤੋਂ ਨਹੀਂ, ਇਹ ਪੁਰਾਤਨ ਚੱਲਿਆ ਆ ਰਿਹਾ ਹੈ। ਜਿਵੇਂ ਜਿਵੇਂ ਕੋਈ ਭਗਤੀ ਕਰਦਾ ਹੈ, ਉਹ ਚਾਹੁੰਦਾ ਹੈ ਕਿ ਗੁਰੂ ਮੇਰੀ ਭਗਤੀ ਨੂੰ ਭਾਵਨਾ ਲਾਵੇ ਤੇ ਮੇਰੀ ਭਗਤੀ ਜਿਹੜੀ ਆ ਉਜਾਗਰ ਹੋਵੇ, ਗੁਰੂ ਮੈਨੂੰ ਦਰਸ਼ਨ ਦੇਵੇ। ਹਉ ਰਹਿ ਨਾ ਸਕਾਂ ਬਿਨ ਦੇਖੇ ਗੁਰ ਪ੍ਰੀਤਮਾ, ਆਪਣੇ ਗੁਰੂ ਪ੍ਰੀਤਮ ਨੂੰ ਦੇਖੇ ਤੋਂ ਬਿਨਾਂ ਰਹਿ ਨਹੀਂ ਪਾ ਰਿਹਾ ਸੀਗਾ। ਮੱਖਣ ਸ਼ਾਹ ਲਵਾਣਾ ਅਗਲਾ ਦਿਨ ਚੜਿਆ, ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤ ਵੇਲੇ ਸੋਚਦੇ ਨੇ, ਜੇ ਸਿੱਖ ਦਾ ਸਿਦਕ ਨਾ ਪੂਰਾ ਹੋਇਆ ਅੱਜ, ਤੇ ਕਿਤੇ ਉਹਦਾ ਗੁਰੂ ਨਾਨਕ ਦੀ ਸਿੱਖੀ ਤੋਂ ਵਿਸ਼ਵਾਸ ਨਾ ਉੱਠ ਜਾਵੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਇੱਕ ਸਿੱਖ ਮੱਖਣ ਸ਼ਾਹ ਲਵਾਣੇ ਦੇ ਡੇਰੇ ਵੱਲ ਜਾ ਰਿਹਾ ਸੀ। ਕਹਿੰਦਾ ਤੁਸੀਂ ਤਿਆਗਮਲ ਜੀ ਦੇ ਡੇਰੇ ਤੇ ਮੱਥਾ ਟੇਕ ਆਏ ਹੋ? ਕਹਿੰਦਾ ਮੈਂ ਨਹੀਂ ਗਿਆ। ਕਹਿੰਦੇ ਉਹ ਵੀ ਸੋਢੀ ਇੱਥੇ ਰਹਿੰਦੇ ਨੇ, ਉਹਨਾਂ ਨੇ ਗੁਰਤਾ ਗੱਦੀ ਨਹੀਂ ਲਗਾਈ, ਪਰ ਉਹ ਸੋਢੀ ਕੁਲ ਦੇ ਸਿਰਮੌਰ ਨੇ, ਉਹਨਾਂ ਨੂੰ ਵੀ ਬਹੁਤ ਪ੍ਰਤਾਪ ਹੈ, ਭਜਨ ਕਰਦੇ ਰਹਿੰਦੇ ਨੇ, ਅੰਦਰ ਭੋਰੇ 'ਚ ਰਹਿੰਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਸੁਣ ਕੇ ਮਨ 'ਚ ਖਿੱਚ ਹੋਈ। ਅੰਮ੍ਰਿਤ ਵੇਲੇ ਇੱਕ ਥਾਲ ਸਜਾ ਕੇ 2 ਕੁ ਸੇਵਾਦਾਰ ਲੈ ਕੇ ਤਿਆਗਮਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬਾਬੇ ਬਕਾਲੇ ਉਹਨਾਂ ਦੇ ਭੋਰਾ ਸਾਹਿਬ ਦੇ ਬਾਹਰ ਖੜ ਗਿਆ। ਮਹਾਰਾਜ ਅੰਮ੍ਰਿਤ ਵੇਲੇ ਤਪ ਕਰਨ ਤੋਂ ਬਾਅਦ 4 ਪੌੜੀਆਂ ਥੱਲੇ ਜਾਂਦੀਆਂ ਨੇ, ਤਕਰੀਬਨ ਜਿੰਨਾ ਸਥਾਨ ਤੁਸੀਂ ਬੈਠੇ ਹੋ ਇੰਨਾ ਹੀ ਥੱਲੇ ਭੋਰਾ ਬਣਿਆ ਹੋਇਆ ਹੈ। ਮਹਾਰਾਜ ਦਾ ਪੁਰਾਤਨ ਸਥਾਨ ਅੱਜ ਵੀ ਹੈ। ਬਾਬਾ ਪਾਲਾ ਸਿੰਘ ਜੀ ਜੋ ਪਿੱਛੇ ਚੜ੍ਹਾਈ ਕਰ ਗਏ ਮੱਝਾਂ ਵਾਲੇ, ਉਹ ਮਹਾਪੁਰਸ਼ ਉੱਥੇ ਬਹੁਤ ਭਾਰੀ ਸੇਵਾ ਕਰਦੇ ਸੀਗੇ। ਬਾਬਾ ਬਿਸ਼ਨ ਸਿੰਘ ਜੀ ਜਿਨ੍ਹਾਂ ਦੀ ਮਹਾਕਰੜੀ ਸੇਵਾ ਰਹੀ ਉਨ ਪਾਵਨ ਸਥਾਨਾਂ ਤੇ। ਚਲੋ ਅੱਜ ਦਾ ਵਿਸ਼ਾ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੌੜੀਆਂ, ਉਹ 4 ਪੌੜੀਆਂ ਚੜ੍ਹ ਕੇ ਭੋਰੇ ਤੋਂ ਬਾਹਰ ਆਏ। ਦੇਖਿਆ ਮੱਖਣ ਸ਼ਾਹ ਲਵਾਣਾ ਖੜਾ ਹੈ ਤੇ ਮੱਖਣ ਸ਼ਾਹ ਲਵਾਣੇ ਨੂੰ ਮਹਾਰਾਜ ਨੇ ਬਿਠਾ ਲਿਆ। ਕਿਹਾ ਮਹਾਰਾਜ, ਮੈਂ ਆਪ ਜੀ ਨੂੰ 9ਵੀਂ ਗੱਦੀ ਗੁਰੂ ਨਾਨਕ ਦੀ ਸਮਝ ਕੇ ਮੱਥਾ ਟੇਕਦਾ। ਆ 2 ਮੋਹਰਾਂ। ਗੁਰੂ ਤੇਗ ਬਹਾਦਰ ਸਾਹਿਬ ਚਾਦਰਾ ਲਿਆ ਹੋਇਆ ਸੀ ਉੱਪਰ, ਚਾਦਰਾ ਪਿੱਛੇ ਨੂੰ ਸੁੱਟਿਆ। ਕਿਹਾ ਮੱਖਣ ਸ਼ਾਹ ਲਵਾਣਿਆ, ਅਰਦਾਸ 500 ਮੋਹਰਾਂ ਦੀ ਕਰਕੇ, ਭੇਟਾਂ 2 ਮੋਹਰਾਂ, ਇਹ ਦੇਖ ਮੇਰੇ ਮੋਢਿਆਂ ਤੇ ਕਿੱਲ ਦੇ ਨਿਸ਼ਾਨ ਜੋ ਜਹਾਜ਼ ਦੇ ਥੱਲੇ ਸੀਗੇ। ਜਦੋਂ ਇੰਨੀ ਗੱਲ ਦੇਖੀ, ਮੱਖਣ ਸ਼ਾਹ ਲਵਾਣੇ ਦਾ ਰੋਂਗਟਾ ਖੜਾ ਹੋ ਗਿਆ। ਕਹਿੰਦਾ ਮੇਰਾ ਗੁਰੂ ਪੂਰਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਕੋਠੇ ਤੇ ਚੜ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਰੋਕਿਆ। ਕਿਹਾ ਜੇ ਸਾਨੂੰ ਗੁਰਤਾ ਗੱਦੀ ਦਾ ਸਾਨੂੰ ਹੁਲਾਰਾ ਭਰਿਆ, ਸੰਗਤ ਨੂੰ ਦੱਸਿਆ, ਤੇਰਾ ਮੂੰਹ ਕਾਲਾ ਕਰਾਂਗੇ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਅੰਦਰੋਂ ਸੱਚੇ ਨੇ, ਚਾਹੁੰਦੇ ਨਹੀਂ ਨੇ ਮੇਰੀ ਪ੍ਰਗਟਤਾ ਹੋਵੇ, ਚਾਹੁੰਦੇ ਨਹੀਂ ਸੀ ਮੇਰੀ ਪ੍ਰਸ਼ੰਸਾ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਚਨ ਮੰਨ ਕੇ ਹੁਣ ਮੱਖਣ ਸ਼ਾਹ ਲਵਾਣੇ ਦਾ ਸਿਦਕ ਦੇਖੋ ਸੰਗਤ ਜੀ। ਉਹ ਪੌੜੀਆਂ ਤੋਂ ਥੱਲੇ ਉਤਰਿਆ ਕੋਠੇ ਦੇ, ਵੀ ਗੁਰੂ ਦਾ ਬਚਨ ਹੈ, ਸਿੱਧਾ ਪਾਕਸ਼ਾਲਾ ਰਸੋਈ ਘਰ ਦੇ ਅੰਦਰ ਜਾਂਦਾ ਹੈ। ਉਧਰੋਂ ਤਵੇ ਤੋਂ, ਜਿਵੇਂ ਵੱਡੀ ਤਵੀਆਂ ਪੁਰਾਤਨ ਹੁੰਦੀਆਂ ਸੀ, ਅੱਜ ਛੋਟੇ ਤਵੇ ਰਹਿ ਗਏ, ਪਹਿਲੇ ਵੱਡੀ ਤਵੀਆਂ ਹੁੰਦੀਆਂ ਸੀ, ਲੰਗਰ ਹਾਲ ਅੱਜ ਵੀ ਹੋਈ ਨੇ। ਉਹ ਵੱਡੀ ਤਵੀ ਤੋਂ ਕਾਲਸ਼ ਉਤਾਰ ਲੈਂਦਾ ਹੱਥ ਦੇ ਨਾਲ, ਠੰਡੀ ਤਵੀ ਤੋਂ, ਤੇ ਆਪਣੇ ਮੂੰਹ ਤੇ ਮਲ ਲੈਂਦਾ। ਕਹਿੰਦਾ ਮਹਾਰਾਜ ਮੇਰਾ ਦਰਗਾਹ 'ਚ ਮੂੰਹ ਨਾ ਕਾਲਾ ਕਰਿਓ, ਮੈਂ ਇੱਥੇ ਹੀ ਮੂੰਹ ਕਾਲਾ ਕਰ ਲਿਆ। ਤੇ ਕੋਠੇ ਤੇ ਚੜ ਕੇ ਜ਼ੋਰ ਦੇ ਹੁਲਾਰਾ ਦੇ ਕੇ ਕਹਿੰਦਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਤੇ
ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਕਰਦਾ ਹੈ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਸੁਭਾਇਮਾਨ ਹੁੰਦੇ ਨੇ। ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਜੀਵਨ ਹੈ ਉਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੈ। ਸ੍ਰੀ ਗੁਰਬਿਲਾਸ ਦੇ ਅੰਦਰ ਵੀ ਪਾਤਸ਼ਾਹ ਦਾ ਇਤਿਹਾਸ ਹੈ ਤੇ ਹੋਰ ਬੇਅੰਤ ਗ੍ਰੰਥਾਂ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਹੈ। ਤੋ ਅੱਜ ਵਾਲਾ ਉਹ ਪਾਵਨ ਪਵਿੱਤਰ ਦਿਹਾੜਾ ਸੀ। ਟਿਊਕ ਮਾਤਰ ਅਸੀਂ ਇਤਿਹਾਸ ਦੀ ਵਿਚਾਰ ਕੀਤੀ ਹੈ। ਆਓ ਹੁਣ ਲੜੀਵਾਰ ਕਥਾ ਸਰਵਣ ਕਰੀਏ ਜੀ। ਗੁਰ ਕਰ ਮੈਂ ਅਜ਼ਮਤ ਯੁਤ ਭਾਰਾ। ਉਧਰੋਂ ਹੁਣ ਕੱਲ ਜਿਹੜਾ ਪ੍ਰਸੰਗ ਤੁਰਿਆ ਸੀ ਬਾਬਾ ਬੁੱਢਾ ਜੀ ਵਾਲਾ, ਉਸ ਨੂੰ ਕੰਟੀਨਿਊ ਕਰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਤਿਅੰਤ ਪਿਆਰੇ ਸਿੱਖ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਉ ਲੈਨ ਮਿਲਾਏ। ਉਹ ਧੰਨ ਧੰਨ ਬਾਬਾ ਬੁੱਢਾ ਜੀ ਗੁਰੂ ਘਰ ਦੇ ਮਹਾਨ ਮੋਹਰੀ ਸਿੱਖ। ਹੁਣ ਉਹਨਾਂ ਦਾ ਇਤਿਹਾਸ ਤੁਰ ਰਿਹਾ ਹੈ ਤੇ ਬਾਬਾ ਬੁੱਢਾ ਜੀ ਬਾਰੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਗੁਰ ਘਰ ਮਹਿ ਅਜ਼ਮਤ ਯੁਤ ਭਾਰਾ। ਗੁਰੂ ਘਰ ਦੇ ਅੰਦਰ ਉਹਨਾਂ ਕੋਲ ਭਾਰੀ ਕਰਾਮਾਤ ਸੀ। ਬੋਹਿਤ ਸਮ ਜਗ ਤਾਰਨ ਹਾਰਾ। ਉਹ ਇੱਕ ਜਹਾਜ਼ ਨੇ ਸੰਸਾਰ ਸਾਗਰ ਦੇ ਸਿੱਖਾਂ ਨੂੰ ਪਾਰ ਉਤਾਰਨ ਦੇ ਲਈ, ਕਿਉਂਕਿ ਸਿੱਖ ਵੀ ਸਮਰੱਥਾ ਰੱਖਦਾ ਹੈ। ਅਜਰ ਜਰਨ ਮਹਿ ਧੀਰ ਮਹਾਨਾ। ਬਾਬਾ ਬੁੱਢਾ ਜੀ ਅਜ਼ਰ ਨੂੰ ਜਰ ਲੈਣ ਵਾਲੇ ਸੀਗੇ। ਜਿਹੜਾ ਕਈ ਵਾਰੀ ਸਾਡੇ ਉੱਤੇ ਕੋਈ ਔਂਕੜ ਆ ਜਾਂਦੀ ਹੈ ਨਾ, ਕੋਈ ਮੁਸ਼ਕਲ ਆ ਜਾਂਦੀ ਹੈ, ਅਸੀਂ ਲੋਕ ਘਬਰਾ ਜਾਂਦੇ ਆ, ਹਾਏ ਕਿਸ ਤਰ੍ਹਾਂ ਬਣੇਗਾ। ਪਰ ਜਿਹੜੇ ਗੁਰੂ ਕੇ ਸਿੱਖ ਹੁੰਦੇ ਨੇ ਆਪਣੇ ਗੁਰੂ ਤੇ ਵਿਸ਼ਵਾਸ ਰੱਖਦੇ ਨੇ, ਉਹ ਕਹਿੰਦੇ ਗੁਰੂ ਆਪੇ ਕਰੇਗਾ, ਘਬਰਾਉਣ ਦੀ ਲੋੜ ਨਹੀਂ। ਜੇ ਕਈ ਵਾਰੀ ਉਹ ਅਵਸਥਾ ਹੋ ਜਾਂਦੀ ਹੈ ਜਿੱਥੇ ਅਜ਼ਰ ਹੈ, ਜਰਿਆ ਹੀ ਨਹੀਂ ਜਾ ਸਕਦਾ। ਬਾਬਾ ਬੁੱਢਾ ਜੀ ਅਜਰ ਜਰਨ ਵਾਲੇ ਗੁਰਸਿੱਖ ਸੀਗੇ, ਬ੍ਰਹਮ ਗਿਆਨੀ। ਆਪਨ ਜਾ ਕੇ ਭਇਓ ਸਮਾਨਾ। ਉਹਨਾਂ ਦੇ ਬਰਾਬਰ ਕੋਈ ਵੀ ਸਮਾਨ ਧਰਤੀ ਤੇ ਗੁਰਸਿੱਖ ਨਹੀਂ ਸੀਗਾ। ਸ੍ਰੀ ਨਾਨਕ ਤੇ ਰਹਿਓ ਪਿਛਾਰੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਹਮੇਸ਼ਾ ਸੇਵਾ ਦੇ ਅੰਦਰ ਪਿੱਛੇ ਰਹੇ, ਹੱਥ ਜੋੜ ਕੇ ਅਤੁੱਟ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੀ। ਸ੍ਰੀ ਅੰਗਦ ਕੇ ਚਰਨ ਮੁਜਾਰੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਦੀ ਖੰਡੂਰ ਸਾਹਿਬ ਜਾ ਕੇ ਸੇਵਾ ਕੀਤੀ। ਹਾਂਜੀ, ਹੱਥ ਰੱਖੋ। ਪੁਨ ਸ੍ਰੀ ਅਮਰਦਾਸ ਕੀ ਸੇਵਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਤੀ। ਸੰਗੀ ਰਾਮਦਾਸ ਗੁਰਦੇਵਾ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਨਾਲ ਲੱਗ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੋਵਰ ਬਾਬਾ ਬੁੱਢਾ ਜੀ ਦੀ ਰਹਿਨੁਮਾਈ ਹੇਠ ਤਿਆਰ ਹੋਣਾ ਸ਼ੁਰੂ ਹੋਇਆ। ਪੂਰਾ ਕਰਵਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਸ਼ੁਰੂ ਕਰਵਾਇਆ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ। ਪੁਨ ਸ੍ਰੀ ਅਰਜਨ ਕੇ ਟਿਕ ਰਹਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ, ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕਰਵਾਈ, ਸਰੋਵਰ ਬਣਵਾਏ, ਤਰਨ ਤਾਰਨ ਸਾਹਿਬ ਦੀ ਸੇਵਾ ਕਰਵਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਹੋਰ ਬੇਅੰਤ ਸਿੱਖਾਂ ਨੂੰ ਗੁਰਬਾਣੀ ਪੜ੍ਹਾਈ। ਪਾਈ ਪਦ ਕੋ ਤਬ ਤੇ ਲਹਿਓ। ਉਸ ਦਿਨ ਦਾ ਉਹਨਾਂ ਦੇ ਨਾਮ ਭਾਈ ਪਦ ਲੱਗ ਗਿਆ। ਜਦੋਂ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਖੋਲੋ ਗ੍ਰੰਥ, ਲੇਵੋ ਹੁਕਮ, ਸੁਣੈ ਸਭ ਪੰਥ, ਤਦੋਂ ਹੁਕਮਨਾਮਾ ਆਇਆ ਸੀ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ RAM। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਖਰਾਇਆ, ਲਾਥੇ ਸਗਲ ਵਸੂਰੇ। ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਆ ਸੀਗਾ, ਜੋ ਦਿਹਾੜਾ ਅਸੀਂ ਅਗਲੇ ਹਫਤੇ ਮਨਾਉਣਾ ਹੈ। ਜਿਨ ਕੋ ਬਚਨ ਅਟਲ ਜਗ ਭਇਓ। ਬਾਬਾ ਬੁੱਢਾ ਜੀ ਦਾ ਬਚਨ ਕਦੀ ਟਲਿਆ ਨਹੀਂ। ਜੋ ਬਾਬਾ ਬੁੱਢਾ ਜੀ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ, ਉਹ ਬਚਨ ਪੂਰਾ ਹੋ ਗਿਆ। ਉਦਾਹਰਣ ਦੇ ਤੌਰ ਤੇ ਮਾਤਾ ਗੰਗਾ ਜੀ ਵਰ ਲੈਣ ਗਏ, ਬਾਬਾ ਬੁੱਢਾ ਜੀ ਨੇ ਮਿੱਸੇ ਪ੍ਰਸ਼ਾਦਿਆਂ ਦੇ ਉੱਤੇ ਗੰਢਾ ਰੱਖ ਕੇ ਮੁੱਕੀ ਮਾਰੀ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਬਲ ਜਿਨਕਾ ਕਿਨਹੂ ਨ ਸੋਧਾ। ਤੁਹਾਡੇ ਘਰ ਗੁਰੂ ਹਰਗੋਬਿੰਦ ਸਾਹਿਬ ਨਾਮ ਦਾ ਪੁੱਤਰ ਹੋਵੇਗਾ ਤੇ ਉਹਦਾ ਬਲ ਕੋਈ ਸੰਸਾਰ ਤੇ ਝੱਲ ਨਹੀਂ ਸਕੇਗਾ। ਮਾਤਾ ਗੰਗਾ ਜੀ ਨੂੰ ਵਰ ਦਿੱਤੇ। ਬਾਬਾ ਬੁੱਢਾ ਜੀ ਨੇ ਕਾਜੀ ਰੁਸਤਮ ਖਾਨ ਨੂੰ ਕਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਤੇਰੇ ਜਵਾਈ ਬਣ ਕੇ ਆਣਗੇ। ਮਾਤਾ ਗੰਗਾ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਉਹ ਬਚਨ ਵੀ ਬਾਬਾ ਬੁੱਢਾ ਜੀ ਦਾ ਪੂਰਾ ਕੀਤਾ। ਜੋ ਜੋ ਰਸਨਾ ਤੋਂ ਬਚਨ ਕਹੇ ਬਾਬਾ ਬੁੱਢਾ ਜੀ ਨੇ, ਉਹ ਪੂਰੇ ਹੁੰਦੇ ਰਹੇ। ਸ੍ਰੀ ਗੁਰੂ ਹਰਗੋਬਿੰਦ ਜਨਮਇਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਉਹਨਾਂ ਦੇ ਨਕਮਸਤਕ ਰਹੇ। ਸ਼ਾਸਤਰ ਗੁਰੂ ਬਾਬਾ ਬੁੱਢਾ ਜੀ ਸੀਗੇ, ਉਹਨਾਂ ਨੂੰ ਵਿੱਦਿਆ ਪੜ੍ਹਾਈ ਗੁਰੂ ਹਰਗੋਬਿੰਦ ਸਾਹਿਬ ਨੂੰ। ਤੇ ਸ਼ਸਤਰ ਗੁਰੂ, ਉਹਨਾਂ ਨੂੰ ਵਿੱਦਿਆ ਦੀ ਦਾਤ ਸ਼ਸਤਰਾਂ ਦੀ ਵੀ ਦਿੱਤੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ।
ਪਾਤਸ਼ਾਹ ਕਛ ਤਨ ਲਉ ਦੇਹ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਦਾਤਾਂ ਬਖਸ਼ਿਸ਼ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਜਦੋਂ 6ਵੇਂ ਮਾਲਕ ਸੀਗੇ, ਉਹਨਾਂ ਦਾ ਜਨਮ ਵੀ ਬਾਬਾ ਬੁੱਢਾ ਜੀ ਦੇ ਬਚਨ ਨਾਲ ਹੋਇਆ। ਉਹਨਾਂ ਨੂੰ ਗੁਰਤਾ ਗੱਦੀ ਤੇ ਵੀ ਉਹਨਾਂ ਨੇ ਤਿਲਕ ਲਾਇਆ। ਉਪਰੰਤ ਉਹਨਾਂ ਦੇ ਘਰ ਉਹਨਾਂ ਨੂੰ ਆਪਣਾ ਵਿਦਿਆ ਗੁਰੂ ਵੀ ਬਣਾਇਆ ਬਾਬਾ ਬੁੱਢਾ ਜੀ ਨੂੰ। ਜੀਵਤ ਰਹਿਓ ਗਿਆਨ ਕਹੋ ਗੇਹੋ। ਜਦ ਤੱਕ ਬਾਬਾ ਬੁੱਢਾ ਜੀ ਜੀਵਿਤ ਰਹੇ ਸੰਸਾਰ ਦੇ ਉੱਤੇ, ਗਿਆਨ ਦੇ ਅੰਦਰ, ਬ੍ਰਹਮ ਗਿਆਨ ਦੇ ਅੰਦਰ ਸੰਪੂਰਨ ਰਹੇ। ਬਾਬਾ ਬੁੱਢਾ ਜੀ ਨੇ ਧਰਤੀ ਦੇ ਉੱਤੇ ਕਰੋੜਾਂ ਹੀ ਜੀਵਾਂ ਦਾ ਉਧਾਰ ਕੀਤਾ। ਅਨਕ ਨਰਨ ਕੋ ਕੀਨ ਉਤਾਰਾ। ਬਹੁਤ ਨਰਾਂ ਦਾ ਉਧਾਰ ਕੀਤਾ। ਉਧਾਰ ਕਰਨ ਦਾ ਅਰਥ ਹੁੰਦਾ ਹੈ ਕਿ ਸਿੱਖਾਂ ਨੂੰ ਮਾੜੇ ਪਾਸਿਓਂ ਹਟਾ ਕੇ ਚੰਗੇ ਪਾਸੇ ਲਗਾਇਆ। ਸਤਨਾਮ ਉਪਦੇਸ਼ ਉਦਾਰਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਉਪਦੇਸ਼ ਸਿੱਖਾਂ ਦੇ ਹਿਰਦਿਆਂ ਵਿੱਚ ਦ੍ਰਿੜ ਕਰਵਾਇਆ ਬਾਬਾ ਬੁੱਢਾ ਜੀ ਨੇ। ਸ੍ਰੀ ਗੁਰੂ ਨਾਨਕ ਸਭ ਤੇ ਆਦੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਮੁੱਢ ਤੋਂ ਜਿਹੜੇ ਸੀਗੇ ਸਤਿਗੁਰੂ ਸੱਚੇ ਪਾਤਸ਼ਾਹ, ਪਹਿਲੇ ਪਾਤਸ਼ਾਹ। ਪਾਛੇ ਜੋ ਟਿੱਕੇ ਗੁਰ ਗਾਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਜੋ ਵੀ ਗੁਰਤਾ ਗੱਦੀ ਤੇ ਟਿਕਦਾ ਰਿਹਾ, ਸਭ ਹਿਨ ਕਹੋ ਬੁੱਢਾ ਨਿਜ ਹਾਥ। ਸਭਾ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਦੇ ਨਾਲ ਗੁਰਤਾ ਗੱਦੀ ਦਾ ਤਿਲਕ ਲਾਇਆ। ਦੇਤੋ ਰਹਿਓ ਤਿਲਕ ਸ਼ੁਭ ਮਾਥ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਤੇ ਉਹ ਬਾਬਾ ਬੁੱਢਾ ਜੀ ਸਾਰਿਆਂ ਨੂੰ ਤਿਲਕ ਲਗਾਉਣ ਵਾਲੇ ਸੀਗੇ। ਸਿੱਖਾਂ ਨੂੰ ਚੰਗੇ ਮਾਰਗ ਤੇ ਪਾਉਣ ਵਾਲੇ, ਗੁਰੂਆਂ ਨੂੰ ਤਿਲਕ ਲਗਾਉਣ ਵਾਲੇ। ਧੰਨ ਧੰਨ ਬਾਬਾ ਬੁੱਢਾ ਜੀ। ਸਾਰੀ ਸੰਗਤ ਪ੍ਰੇਮ ਨਾਲ ਬੋਲੋ ਧੰਨ ਧੰਨ ਬਾਬਾ ਬੁੱਢਾ ਜੀ। ਉਹ ਬਾਬਾ ਬੁੱਢਾ ਜੀ ਧੰਨ ਨੇ। ਪੀਛੇ ਸੰਤਤ ਤਿਸ ਹੀ ਰੀਤ। ਉਸੇ ਤਰ੍ਹਾਂ ਫਿਰ ਬਾਬਾ ਬੁੱਢਾ ਜੀ ਦੇ ਘਰ ਦੇ ਅੰਦਰ ਉਹ ਰੀਤ ਚਲਦੀ ਰਹੀ। ਬਾਬਾ ਬੁੱਢਾ ਜੀ ਦੇ ਘਰ ਦੇ ਅੰਦਰ ਬਾਬਾ ਬੁੱਢਾ ਜੀ ਦੇ ਪੁੱਤਰ ਪੋਤਰੇ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਰਹੇ। ਗੁਰੂ 10ਵੇਂ ਪਾਤਸ਼ਾਹ ਨੂੰ ਬਾਬਾ ਰਾਮ ਕੁਏਰ ਜੀ ਨੇ ਤਿਲਕ ਲਾਇਆ ਸੀਗਾ। ਤੇ ਉਹ ਬਾਬਾ ਰਾਮ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਦੀ ਉਮਰ, ਕਿਉਂਕਿ ਮਹਾਰਾਜ ਦੀ ਬਾਣੀ ਦੇ ਅੰਦਰ ਬਚਨ ਆਂਦਾ ਹੈ, ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਾ ਪਿਤਾ ਸਿਧਾਏ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੋਤੀ ਜੋਤ ਸਮਾਏ 1675 ਮੱਘਰ ਸੁਦੀ ਪੰਚਮੀ ਨੂੰ ਦਿੱਲੀ ਚਾਂਦਨੀ ਚੌਂਕ ਵਿਖੇ, ਤੇ 10ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣੀ ਸੀ। ਤਦੋਂ ਬਾਬਾ ਬੁੱਢਾ ਜੀ ਦੇ ਕੁਲ ਚੋਂ ਗੁਰਤਾ ਗੱਦੀ ਦੇਣੀ ਸੀ। ਤੇ ਬਾਬਾ ਰਾਮ ਕੁਏਰ ਜੀ ਦੀ ਉਮਰ 10ਵੇਂ ਪਾਤਸ਼ਾਹ ਤੋਂ ਤਕਰੀਬਨ 3-4 ਸਾਲ ਛੋਟੀ ਸੀ। 10ਵੇਂ ਪਾਤਸ਼ਾਹ ਮਹਾਰਾਜ 9 ਸਾਲ ਦੇ, ਤੇ ਬਾਬਾ ਰਾਮ ਕੁਏਰ ਜੀ ਨੂੰ ਗੋਦੀ 'ਚ ਲੈ ਕੇ ਆਏ ਸੀਗੇ। ਬ੍ਰਹਮ ਗਿਆਨੀ, ਪਰ ਗੋਦੀ 'ਚ ਆ ਕੇ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ। ਸਤਿਗੁਰ ਸਾਥ ਰਹਿਤ ਭੈ ਨੀਤ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਦਿਨ ਰਾਤ ਰਹੇ, ਅਟੁੱਟ ਸੇਵਾ ਕੀਤੀ। ਗੁਰਬਾਣੀ ਦਾ ਪਹਿਰਾ ਨਹੀਂ ਛੱਡਿਆ, ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਛੱਡਿਆ, ਗੁਰਸਿੱਖਾਂ ਦਾ ਭਲਾ ਕਰਨਾ ਨਹੀਂ ਛੱਡਿਆ। ਗੁਰੂ ਦੀ ਸੇਵਾ ਦੇ ਅੰਦਰ ਇੱਕ ਮਨ ਚਿਤ ਇਕਾਗਰ ਹੋ ਕੇ ਸੇਵਾ ਵਿੱਚ ਰਹੇ। ਤੀਨ ਕਾਲ ਕੇ ਗਿਆਤਾਵਾਨ। ਤਿੰਨੋਂ ਕਾਲ ਦੇ ਗਿਆਤਾ ਸੀਗੇ। ਪਾਸਟ 'ਚ ਕੀ ਹੋ ਰਿਹਾ, ਭੂਤਕਾਲ 'ਚ, ਪ੍ਰੈਜ਼ੈਂਟ 'ਚ ਕੀ ਹੋ ਰਿਹਾ, ਵਰਤਮਾਨ 'ਚ, ਅੱਗੇ ਫਿਊਚਰ 'ਚ ਕੀ ਹੋਵੇਗਾ, ਉਹ ਵੀ ਬਾਬਾ ਬੁੱਢਾ ਜੀ ਨੂੰ ਸਾਰੀ ਗੱਲ ਦਾ ਗਿਆਨ ਸੀਗਾ। ਪ੍ਰਗਟ ਹੋਤ ਭੇ ਸਗਲ ਜਹਾਨ। ਧੰਨ ਧੰਨ ਬਾਬਾ ਬੁੱਢਾ ਜੀ ਸਾਰੀ ਗੱਲ ਨੂੰ ਜਾਣਦੇ ਸੀਗੇ। ਆਤਮ ਗਿਆਨ ਅੰਤਰਯਾਮੀ ਬਾਬਾ ਬੁੱਢਾ ਜੀ ਸੰਪੂਰਨ ਸੀ ਗੁਰਸਿੱਖ। ਸਤਿਗੁਰ ਕੋ ਸ੍ਰੀ ਮਤ ਪਰ ਸਾਗਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸੁਮਤ ਬਖਸ਼ਿਸ਼ ਕੀਤੀ ਸੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਵਰ ਦਿੱਤਾ ਸੀ। ਪਿਨਕਲ ਉਪਜਿਓ ਰਤਨ ਉਜਾਗਰ। ਬਾਬਾ ਬੁੱਢਾ ਜੀ ਦੀ ਕੁਲ ਦੇ ਅੰਦਰ ਹੋਰ ਮਹਾਨ ਰਤਨ ਉਪਜੇ, ਜਿਨ੍ਹਾਂ ਨੇ ਗੁਰਤਾ ਗੱਦੀ ਦਾ ਤਿਲਕ ਵੀ ਦਿੱਤਾ, ਗੁਰੂ ਘਰ ਦੀ ਸੇਵਾ ਕੀਤੀ। ਦਰਸ ਪਰਸ ਪਾਰਸ ਸਮਪਾਇਤ। ਗੁਰੂ ਦੇ ਦਰਸ਼ਨ ਕਿਸ ਤਰ੍ਹਾਂ ਹੁੰਦੇ ਨੇ? ਪਾਰਸ ਦੀ ਤਰ੍ਹਾਂ। ਸਤਿਗੁਰ ਪਾਰਸ ਪਰਸੀਐ ਕੰਚਨ ਕਰੈ ਮਨੂਰ ਮਲੀਨਾ। ਭਾਈ ਗੁਰਦਾਸ ਜੀ ਨੇ ਆਪਣੀ ਬਵਾਰ ਦੇ ਅੰਦਰ ਲਿਖਿਆ ਹੈ ਵੀ ਜਿਹੜਾ ਗੁਰੂ ਹੈ ਨਾ, ਉਹ ਪਾਰਸ ਦੀ ਤਰ੍ਹਾਂ ਹੈ। ਪਾਰਸ ਜਿਸ ਚੀਜ਼ ਨੂੰ ਵੀ ਛੂ ਲਵੇ, ਕੋਈ ਮੈਟਲ ਨੂੰ, ਕਾਪਰ ਨੂੰ, ਐਲੂਮੀਨੀਅਮ ਨੂੰ, ਉਹ ਉਹਨੂੰ 골ਡ ਕਰ ਦਿੰਦਾ। ਇਹ ਉਹਦੀ ਕੁਆਲਿਟੀ ਹੈ। ਉਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ, ਬਾਬਾ ਬੁੱਢਾ ਜੀ ਵਰਗੇ, ਉਹ ਵੀ ਪਾਰਸ ਨੇ। ਕੋਈ ਉਹਨਾਂ ਦੀ ਸੰਗਤ ਕਰ ਲੈਂਦਾ ਹੈ, ਉਹਨਾਂ ਨੂੰ ਵੀ ਉਹ ਕੰਚਨ ਕਰ ਦਿੰਦੇ ਨੇ, ਸੋਨਾ ਬਣਾ ਦਿੰਦੇ ਨੇ। ਮੂਡ ਲੋਹ ਬੁੱਧ ਹੇਮ ਬਨਾਇਤ। ਸਾਡੀ ਜਿਹੜੀ ਬੁੱਧੀ ਹੈ ਉਹ ਇੱਕ ਜਰ ਲੱਗੇ ਲੋਹੇ ਦੀ ਤਰ੍ਹਾਂ ਹੋ ਗਈ ਹੈ। ਅਸੀਂ ਮੂਰਖ ਹੋ ਗਏ ਹਾਂ, ਵਿਕਾਰਾਂ ਦੇ ਅੰਦਰ ਗਲਤਾਨ ਹੋ ਗਏ ਹਾਂ। ਸਾਡੀ ਬੁੱਧੀ ਨੂੰ ਉਜਾਗਰ ਕਰਨ ਵਾਲੇ ਗੁਰਸਿੱਖ ਪਾਰਸ ਵਰਗੇ ਸਾਡੀ ਬੁੱਧੀ ਨੂੰ ਛੂੰਦੇ ਨੇ,
ਉਹ ਜਰ ਲੱਗੀ ਬੁੱਧੀ ਨੂੰ, ਜਿਸ ਨੂੰ ਰਸਟ ਲੱਗ ਜਾਂਦਾ ਬੁੱਧੀ ਨੂੰ, ਉਸ ਨੂੰ ਉਜਾਗਰ ਕਰਕੇ ਸ਼ਾਈਨਿੰਗ ਮੈਟਲ ਵਰਗਾ ਕਰ ਦਿੰਦੇ ਨੇ, ਸੋਹਣਾ ਕਰ ਦਿੰਦੇ ਨੇ। ਉਹ ਕੌਣ ਕਰਦੇ ਨੇ? ਬਾਬਾ ਬੁੱਢਾ ਜੀ ਵਰਗੇ ਭਾਰੀ ਗੁਰਸਿੱਖ, ਜਿਨ ਕੋ ਅਦਬ ਰਾਖ ਗੁਰ ਆਪੂ, ਜਿਨ੍ਹਾਂ ਦਾ ਗੁਰੂ ਸਾਹਿਬ ਨੇ ਕਦੀ ਅਦਬ ਨਹੀਂ ਛੱਡਿਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਅੱਜ ਸਿੱਖ ਜਿਹੜੇ ਨੇ ਨਾ ਸੰਸਾਰ ਦੇ ਉੱਤੇ, ਕਈ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਉਹ ਬਾਬਾ ਬੁੱਢਾ ਜੀ ਦੀ ਨਿੰਦਾ ਕਰ ਰਹੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਉਹ ਧੰਨ ਬਾਬਾ ਬੁੱਢਾ ਜੀ ਦਾ ਅਦਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਉਸ ਆਪਣੇ ਸਰੀਰ 'ਚ ਰਹੇ, ਤੇ ਉਹ ਗੁਰੂ ਸਾਹਿਬ ਅਦਬ ਕਰਦੇ ਸੀ। ਸਿੱਖਾਂ ਦਾ ਕੀ ਹੱਕ ਬਣ ਗਿਆ? ਅੱਜ ਉਹ ਕਹਿਣ ਲੱਗ ਪਏ ਨੇ ਬਾਬਾ ਬੁੱਢਾ ਜੀ ਕਰਾਮਾਤੀ ਨਹੀਂ ਸੀਗੇ, ਬਾਬਾ ਬੁੱਢਾ ਜੀ ਨੇ ਵਰ ਨਹੀਂ ਦਿੱਤਾ। ਅੱਜ ਸਿੱਖਾਂ ਦੀ ਮੱਤ ਨੂੰ ਜੰਗ ਲੱਗ ਗਿਆ ਹੈ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗੱਲ ਡੰਕੇ ਦੀ ਚੋਟ ਤੇ ਉਹਨਾਂ ਦਾ ਸਤਿਕਾਰ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੱਥਾ ਟੇਕਦੇ ਸੀ ਬਾਬਾ ਬੁੱਢਾ ਜੀ ਨੂੰ। ਆਪ ਗੁਰਤਾ ਗੱਦੀ ਦੇ ਨੇ, ਸੰਸਾਰ ਦੇ ਮਾਲਕ ਨੇ, ਕਰੋੜ ਬ੍ਰਹਮੰਡਾਂ ਦੇ ਸਾਈਂ ਨੇ, ਪਰ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਸੀ। ਸੋ ਬਾਬਾ ਬੁੱਢਾ ਜੀ ਦਾ ਸਤਿਕਾਰ ਗੁਰੂ ਸਾਹਿਬ ਦੇ ਟਾਈਮ ਵੀ ਹੁੰਦਾ ਰਿਹਾ। ਤਿਨ ਕੋ ਸਮਤਾ ਕਿਸ ਕੀ ਜਾਪੂ, ਗੁਰੂ ਸਾਹਿਬ ਮਹਾਰਾਜ ਜੀ ਨੇ ਇੰਨੀ ਪਾਵਰ ਦੇ ਦਿੱਤੀ ਸੀ ਬਾਬਾ ਬੁੱਢਾ ਜੀ ਨੂੰ ਕਿ ਉਹਨਾਂ ਦੇ ਬਰਾਬਰ ਕੋਈ ਹੋਰ ਸਿੱਖ ਨਹੀਂ ਸੀਗਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗਾ। ਗਿਆਨ ਆਨੰਦ ਸਾਗਰ ਕੇ ਮੀਨ, ਉਹ ਗਿਆਨ ਦੇ ਅੰਦਰ, ਆਨੰਦ ਦੇ ਅੰਦਰ ਸੀਗੇ। ਜਿਸ ਤਰ੍ਹਾਂ ਇੱਕ ਸਮੁੰਦਰ ਦੇ ਅੰਦਰ ਮੱਛੀ ਘੁੰਮਦੀ ਰਹਿੰਦੀ ਹੈ, ਸਮੁੰਦਰ ਦਾ ਅੰਤ ਨਹੀਂ ਲੈ ਸਕਦੀ, ਪਰ ਉਹ ਆਪਣੇ ਆਪ ਨੂੰ ਬੜਾ ਪੀਸਫੁਲ, ਜੋਇਫੁਲ ਫੀਲ ਕਰਦੀ ਹੈ ਉਸ ਸਮੁੰਦਰ ਦੇ ਅੰਦਰ, ਬਈ ਮੈਂ ਇਸ ਸਾਗਰ ਦੀ ਅੰਦਰ ਕਿਤੇ ਵੀ ਜਾ ਸਕਦੀ ਹਾਂ। ਤੇ ਬਾਬਾ ਬੁੱਢਾ ਜੀ ਗੁਰੂ ਰੂਪੀ ਸਮੁੰਦਰ ਦੇ ਅੰਦਰ ਇੱਕ ਮੱਛੀ ਬਣ ਕੇ ਘੁੰਮਦੇ ਸੀਗੇ, ਕਿਤੇ ਵੀ ਚਲੇ ਜਾਂਦੇ ਸੀਗੇ। ਗੁਰੂ ਦੇ ਚਰਨਾਂ ਦੇ ਅੰਦਰ ਬਿਰਤੀ ਜੋੜ ਲੈਣੀ, ਸਿੱਖਾਂ ਦਾ ਉਧਾਰ ਕਰ ਦੇਣਾ, ਸੇਵਾ ਦੇ ਅੰਦਰ ਮਹਾਨ ਕਾਰਜ ਕਰਦੇ ਨੇ। ਬਾਬਾ ਬੁੱਢਾ ਜੀ ਵਰਗੇ ਪਰਉਪਕਾਰ ਧਰਤੀ ਤੇ ਕੋਈ ਨਹੀਂ ਕਰ ਸਕਿਆ। ਆਠੋਂ ਜਾਮ ਰਹਿਤ ਸਮਲੀਨ, ਅੱਠੇ ਜਾਮ, 8 ਪਹਿਰ ਦਾ ਮਤਲਬ ਹੁੰਦਾ ਹੈ 3 ਆਵਰਸ ਦਾ ਇੱਕ ਪਹਿਰ ਹੁੰਦਾ ਹੈ, ਤੇ 8 into 3 24, 24 ਘੰਟੇ ਦਾ ਇੱਕ ਦਿਨ ਬਣਦਾ ਹੈ। 8 ਪਹਿਰ ਇੱਕ ਦਿਨ ਚ ਹੁੰਦੇ ਨੇ। 8 ਜਿਹੜੇ ਪਹਿਰ ਨੇ ਉਹ ਗੁਰੂ ਦੇ ਅੰਦਰ ਜੋੜ ਕੇ ਰੱਖਦੇ ਸੀ ਬਿਰਤੀ ਨੂੰ। ਗੁਰੂ ਦੇ ਅੰਦਰੋਂ ਬਿਰਤੀ ਨੂੰ ਨਾ ਤੋੜਨਾ, ਇਹ ਵੀ ਇੱਕ ਅਸੀਂ ਵਿਸ਼ਾ ਗੁਰੂ ਕਿਰਪਾ ਦੇ ਨਾਲ ਅੱਗੇ ਪ੍ਰਕਰਨਾਂ 'ਚ ਖੋਲਾਂਗੇ ਕਿ ਸੰਗਤ ਦੀ ਡੈਫੀਨੇਸ਼ਨ ਡੂੰਘੀ ਕੀ ਹੈ। ਸੰਗਤ ਦੀ ਡੈਫੀਨੇਸ਼ਨ ਹੈ ਕਿ ਆਪਣੇ ਮਨ ਨੂੰ ਗੁਰੂ ਦੇ ਸ਼ਬਦ 'ਚ ਡੋਬ ਕੇ ਰੱਖਣਾ। ਹੁਣ ਅਸੀਂ ਗੁਰਦੁਆਰੇ ਤੋਂ ਬਾਹਰ ਗਏ, ਪਰ ਅਸੀਂ ਸਿਮਰਨ ਕਰ ਰਹੇ ਹਾਂ, ਗੱਲ ਕਰ ਰਹੇ ਹਾਂ ਕਿਸੇ ਭਾਈ ਨਾਲ, ਕਿਸੇ ਭੈਣ ਨਾਲ, ਮਾਤਾ ਨਾਲ, ਵੀਰ ਨਾਲ, ਪਰ ਗੱਲ ਕਰਦੇ ਹੋਏ ਧਿਆਨ ਪ੍ਰਭੂ ਦੇ ਸਿਮਰਨ 'ਚ ਰੱਖਣੇ ਨੂੰ ਵੀ ਸੰਗਤ ਕਹਿੰਦੇ ਨੇ। ਤੇ ਉਹ ਬਾਬਾ ਬੁੱਢਾ ਜੀ 8 ਪਹਿਰ 24 ਆਵਰਸ ਆਪਣੀ ਬਿਰਤੀ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖੀ। ਗੁਰ ਕਰ ਕੀ ਨਿਤ ਸੇਵਾ ਠਾਨਤ, ਤੇ ਗੁਰੂ ਘਰ ਦੀ ਸੇਵਾ ਦੇ ਅੰਦਰ ਆਪਣਾ ਮਨ ਕਦੀ ਬਾਹਰ ਨਹੀਂ ਜਾਣ ਦਿੱਤਾ। ਅਪਰ ਮਨੋਰਥ ਮਨ ਨਹਿ ਆਨਤ, ਹੋਰ ਕੋਈ ਮਨ ਦੇ ਅੰਦਰ ਮਨੋਰਥ ਹੀ ਨਹੀਂ ਰੱਖਿਆ। ਗੁਰੂ ਦੇ ਸ਼ਬਦ ਨੂੰ ਜਪਣਾ, ਰਸਨਾ ਗੁਣ ਗੋਪਾਲ ਨਿਤ ਗਾਇਣ, ਰਸਨਾ ਨੂੰ ਗੁਰੂ ਦੇ ਸ਼ਬਦ ਵੱਲ ਜੋੜ ਕੇ ਰੱਖਿਆ, ਹੱਥਾਂ ਨੂੰ ਗੁਰੂ ਦੀ ਸੇਵਾ ਵੱਲ ਜੋੜ ਕੇ ਰੱਖਿਆ, ਮਨ ਨੂੰ ਗੁਰੂ ਦੇ ਬਾਣੀ ਦੇ ਅੰਦਰ ਜੋੜ ਕੇ ਰੱਖਿਆ। ਮਨ, ਬਚਨ ਤੇ ਕਰਮ ਕਰਕੇ ਗੁਰੂ ਦੀ ਸੇਵਾ ਦੇ ਅੰਦਰ ਆਪਣਾ 24 ਘੰਟੇ ਗੁਰੂ ਨੂੰ ਸਮਰਪਿਤ ਕਰ ਦਿੱਤਾ ਬਾਬਾ ਬੁੱਢਾ ਜੀ ਨੇ। ਤ੍ਰਿਣ ਛਿਤ ਕੀ ਬਹੁ ਰਹਿ ਰਖਵਾਰੀ, ਤੇ ਬਾਬਾ ਜੀ ਘੋੜਿਆਂ ਨੂੰ ਪੱਠਾ ਪਾਉਣਾ, ਗੁਰੂ ਘਰ ਦੇ ਮਹਿਲਾਂ ਦੀ ਦੇਖਭਾਲ ਕਰਨੀ, ਘੋੜਿਆਂ ਦੀ ਸੰਭਾਲ ਕਰਨੀ, ਉਸ ਲੰਗਰਾਂ ਦੀ ਸੇਵਾ ਕਰਨੀ, ਸਾਰੀ ਡਿਊਟੀ ਜਿਹੜੀ ਮੇਜਰ ਰਿਸਪੌਂਸਿਬਿਲਟੀ ਉਹ ਬਾਬਾ ਬੁੱਢਾ ਜੀ ਦੀ ਸੀ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਸ਼ਾਮ ਸਵੇਰੇ ਪ੍ਰਕਾਸ਼, ਸ਼ਾਮ ਨੂੰ ਸੁਖਾਸਨ ਕੋਠਾ ਸਾਹਿਬ ਤੇ, ਉਪਰੰਤ ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ। ਜਦੋਂ ਤੁਸੀਂ ਅਕਾਲ ਤਖਤ ਸਾਹਿਬ ਜਾਓ ਨਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨਾਲ ਡਿਸਕਸ਼ਨ ਕੀਤੀ ਵੀ ਅੱਜ ਪ੍ਰਕਾਸ਼ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪਾਂ ਸ਼ਾਮ ਨੂੰ ਸੁਖਾਸਨ ਕਿੱਥੇ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ, ਬਈ ਆਪਾਂ ਕਿਤੇ ਬਾਰੀ 'ਚ ਰੱਖਣਾ ਹੈ, ਕਿੱਥੇ ਰੱਖੀਏ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਈ ਜਿੱਥੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਾਂਗੇ, ਜਿੱਥੇ ਉਹ ਕਹਿਣਗੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਿਰਾਜਮਾਨ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਬਈ ਅੱਜ ਨੂੰ ਕਿੱਥੇ ਸੁਖਾਸਨ ਹੋਣਗੇ, ਉਹ ਬਾਬਾ ਬੁੱਢਾ ਜੀ ਨਾਲ ਕੀਤੀ। ਤੇ ਬਾਬਾ ਬੁੱਢਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਇੱਕ ਕਾਮਨ ਡਿਸੀਜਨ ਬਣਾਇਆ ਬਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ ਉਸ ਨੂੰ
ਕੋਠਾ ਸਾਹਿਬ ਵੀ ਕਹਿੰਦੇ ਨੇ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਸੌਂਦੇ ਸੀਗੇ, ਆਰਾਮ ਕਰਦੇ ਸੀ ਕਈ ਵਾਰੀ, ਤੇ ਮਹਾਰਾਜ ਨੇ ਪਲੰਘਾ ਸਾਹਿਬ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਟਿਕਾਇਆ, ਉਹਨਾਂ ਨੂੰ ਉੱਥੇ ਵਿਰਾਜਮਾਨ ਕੀਤਾ ਤੇ ਆਪ ਥੱਲੇ ਇੱਕ ਚਿੱਟੀ ਚਾਦਰ ਵਿਛਾ ਲਈ ਤੇ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਵਿਸ਼ਰਾਮ ਕਰਦੇ ਸੀ ਥੱਲੇ। ਗੁਰੂ ਗ੍ਰੰਥ ਸਾਹਿਬ ਦਾ ਅਦਬ ਉੱਚਾ, ਗੁਰੂ ਸਾਹਿਬ ਨੇ ਆਪਣੇ ਸਰੀਰ ਦਾ ਅਦਬ ਥੱਲੇ ਕੀਤਾ। ਉਹ ਅੱਜ ਵੀ ਜਦੋਂ ਤੁਸੀਂ ਸੱਚਖੰਡ ਸਥਾਨ ਕਿੱਥੇ ਵੀ ਜਾਓ ਨਾ, ਕਿਸੇ ਵੀ ਗੁਰਦੁਆਰਾ ਸਾਹਿਬ, ਤੇ ਜਿੱਥੇ ਪਲੰਘਾ ਸਾਹਿਬ ਹੁੰਦਾ ਉਹਦੇ ਥੱਲੇ ਚਿੱਟੀ ਚਾਦਰ ਲਗਾਈ ਜਾਂਦੀ ਹੈ। ਉਹ ਚਾਦਰ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਨਾਮ ਦੀ ਲਾਈ ਜਾਂਦੀ ਹੈ ਤੇ ਉੱਥੇ ਇੱਕ ਸਰਾਣਾ ਵੀ ਰੱਖਿਆ ਜਾਂਦਾ ਹੈ। ਹੁਣ ਮਨਮੁਖ ਲੋਕਾਂ ਨੂੰ, ਸ਼ੰਕਾਵਾਦੀਆਂ ਨੂੰ ਕਿਹੜੀ ਕਿਹੜੀ ਗੱਲ ਦਾ ਜਵਾਬ ਦਈਏ? ਇਹ ਖਾਲਸਾ ਜੀ ਗੱਲ ਸ਼ਰਧਾ ਦੀ ਪੌੜੀਆਂ ਦੀ ਹੈ, ਹਰ ਨੂੰ ਸਮਝਾਉਣ ਵਾਲੀ ਨਹੀਂ। ਤੇ ਬਾਬਾ ਬੁੱਢਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਦੀ ਡਿਊਟੀ ਵੀ ਉਹ ਬਾਬਾ ਬੁੱਢਾ ਜੀ ਨਾਲ ਡਿਸਕਸ਼ਨ ਹੋ ਕੇ ਹੁੰਦੀ ਸੀ। ਸੋ ਬਹੁਤ ਅਹਿਮ ਜ਼ਿੰਮੇਵਾਰੀਆਂ ਬਾਬਾ ਬੁੱਢਾ ਜੀ ਨਿਭਾਉਂਦੇ ਰਹੇ। ਹਰਖਤ ਗੁਰੂ ਹੁਕਮ ਅਨਸਾਰੀ। ਇਸ ਪ੍ਰਕਾਰ ਬਾਬਾ ਬੁੱਢਾ ਜੀ ਹਰਖਤ ਦਿਲ ਦੇ ਅੰਦਰ ਪ੍ਰਸੰਨ ਹੋ ਕੇ ਗੁਰੂ ਦੀ ਸੇਵਾ ਦੇ ਅੰਦਰ ਆਪਣਾ ਮਨ ਜੋੜਦੇ ਰਹੇ। ਐਨੇ ਕੁ ਬਚਨ ਪ੍ਰਵਾਨ ਕਰਨੇ। ਅੱਗੇ ਕਿਸ ਤਰ੍ਹਾਂ ਕਥਾ ਤੁਰੇਗੀ ਉਹ ਕੱਲ ਦੇ ਪ੍ਰਕਰਨਾਂ ਦੇ ਅੰਦਰ ਸਰਵਣ ਕਰਾਂਗੇ ਜੀ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। हे गोबिंद हे गोपाल हे दयाल लाल, प्राणनाथ ना सखे दीन दर्द निवार। हे समर्थ अगम पूर्ण मोहे मया तार, अंधकूप महाभयान नानक पार उतार। आए प्रभ शरणागति कृपा निध दयाल, एक अखर हर मन वस्त नानक होत निहाल। फाहे काटे मिटे गवन फतेह भई मन जीत, नानक गुर ते थित पाई फिर न मिटे नित नीत। वाहिगुरु जी का खालसा, वाहिगुरु जी की फतेह।